है दहशतगर्दी गैंगस्टरिज्म का नैक्सस या विरोधी ताकतां जिहड़ियां ने उन्हां दे हत्थां 'च आधुनिक हथियार आ रहे ने, किहड़ियां ताकतां ने पंजाब दा माहौल खराब कर रही ने। और सब तो वड्डा सवाल कि पुलिस की वर्दी ते जदों सीधा अटैक होने लग पे तो फिर चारा की है? देखो रोहट जी, एक गल बड़ी स्पष्ट है और आपां नूं सारे समझते हैं। एक तो पंजाब हैगा है बॉर्डर स्टेट, और पंजाब च डिस्टरबेंस दीयां कोशिशां कोई नवी गल नहीं, पहलां तो भी हुंदियां रहीआं है। और जिहड़ी ये घटना हुई है रीसेंटली, ये भी बिल्कुल बॉर्डर के सराउंडिंग है। और बॉर्डर की जिहड़ी सिक्योरिटी है ਉਹਦੇ 'ਚ ਬਾਰਡਰ ਸਿਕਿਉਰਿਟੀ ਫੋਰਸ ਨੂੰ ਅਸਿਸਟ ਕਰਦੀ ਹੈ ਪੰਜਾਬ ਪੁਲਿਸ। ਔਰ ਪਿਛਲੇ ਦਿਨਾਂ 'ਚ ਤਕਰੀਬਨ 200 ਤੋਂ ਵੱਧ ਡਰੋਨ, ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਆਪਣੀ ਸਟੇਟਮੈਂਟ 'ਚ ਕਿਹਾ ਹੈ, ਇੰਟਰਨੈਸ਼ਨਲ ਬਾਰਡਰ ਤੋਂ ਜਿਹੜੇ ਸਾਡੇ ਗਵਾਂਢੀ ਮੁਲਕ ਤੋਂ ਜਿਸ ਤਰੀਕੇ ਨਾਲ ਕੋਸ਼ਿਸ਼ਾਂ ਹੁੰਦੀਆਂ ਫੜੇ ਵੀ ਗਏ ਆ। ਦੂਜੀ ਗੱਲ, ਇੱਕ ਗੱਲ ਬੜੀ ਸਪਸ਼ਟ ਹੈ, ਇੱਕ ਨੈਕਸਸ ਪੰਜਾਬ 'ਚ ਜ਼ਰੂਰ ਕੰਮ ਕਰਦਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਗੈਂਗਸਟਰ ਹੈ, ਉਹ ਸਰਹੱਦ ਪਾਰ ਤੋਂ ਕਹਿ ਲਓ ਵੀ ਉਹਨਾਂ ਦੀ ਸਪਾਂਸਰਸ਼ਿਪ ਚਾਹੇ ਅਸਲੇ ਦੇ ਰੂਪ 'ਚ ਚਾਹੇ ਨਸ਼ੇ ਦੇ ਰੂਪ 'ਚ, ਔਰ ਇਹ 'ਚ ਇਕਨੋਮਿਕ ਇੰਟਰਸਟ ਵੀ ਹੈ। ਜੇ ਕੰਮ ਸਮੂਥਲੀ ਚੱਲਦਾ ਹੋਵੇ ਉਹਨਾਂ ਦਾ, ਤੇ ਫਿਰ ਉਹ ਪੁਲਿਸ ਦੇ ਜਾਂ ਪੁਲਿਸ ਸਟੇਸ਼ਨਾਂ ਤੇ ਅਟੈਕ ਨਹੀਂ ਕਰਨਗੇ। ਉਹ ਫਿਰ ਇਹਦਾ ਮਤਲਬ ਉਹ ਫਰਸਟ੍ਰੇਸ਼ਨ ਹੈ, ਕਿਉਂਕਿ ਪਿਛਲੇ 4-5 ਮਹੀਨਿਆਂ ਤੋਂ ਮਾਨ ਸਾਹਿਬ ਦੀ ਸਰਕਾਰ ਨੇ ਸਖਤੀ ਵਰਤੀ ਆ, ਗੈਂਗਸਟਰ ਫੜੇ ਵੀ ਜਾ ਰਹੇ ਆ, ਇਨਕਾਊਂਟਰ ਵੀ ਹੋ ਰਹੇ ਆ। ਔਰ ਇਹ ਇੱਕ ਨੈਕਸਸ ਪ੍ਰੋਪਰ ਹੈ ਜਿਹਦੀ ਕੁਝ ਤਾਰਾਂ ਬਾਰਡਰ ਪਾਰ ਵੀ ਜੁੜੀਆਂ। ਔਰ ਜਦੋਂ ਉਹਨਾਂ ਤੇ ਹੁਣ ਇੰਨੀ ਸਖਤੀ ਹੋਈ ਆ ਤੇ ਉਹਨਾਂ ਨੂੰ ਇਸ ਫਰਸਟ੍ਰੇਸ਼ਨ 'ਚ ਸਾਡੀ ਜਿਹੜੀ ਪੰਜਾਬ ਪੁਲਿਸ ਨੂੰ ਡੀਮੋਰਲਾਈਜ਼ ਕਰਨ 'ਚ ਜੋ ਸਾਨੂੰ ਲੱਗ ਰਿਹਾ ਹੈ ਕਿ ਪੁਲਿਸ ਸਟੇਸ਼ਨ ਤੇ RPG ਸੁੱਟ ਦੋ, ਡਰਾਉਣ ਵਾਸਤੇ ਕਿ ਮਨੋਬਲ ਗਿਰਾ ਦਈਏ, ਮਨੋਬਲ ਜਾਂ ਡੀਮੋਰਲਾਈਜ਼ ਕਰੀਏ। ਸੋ ਇਹ ਉਸ ਕੋਸ਼ਿਸ਼ ਦਾ ਇੱਕ ਨਾਕਾਮ ਕੋਸ਼ਿਸ਼ ਹੈ ਉਹਨਾਂ ਦੀ। ਮੈਨੂੰ ਲੱਗਦਾ ਹੈ ਵੀ ਹੁਣ ਕੋਈ ਸੁਣਵਾਈ ਨਹੀਂ ਹੋਣੀ, ਨਾ ਤੇ ਕੋਈ ਕਿਸੇ ਤਰ੍ਹਾਂ ਦੀ ਪੁਲਿਸ ਨੇ ਲਿਹਾਜ਼ ਕਰਨੀ ਹੈ ਤੇ ਨਾ ਰਾਜਨੀਤਿਕ ਕੋਸ਼ਿਸ਼ਾਂ ਦਾ ਇੰਤਜ਼ਾਰ ਕਰੇਗੀ ਜਾਂ ਜਵਾਬ ਵੀ ਸੁਭਾਵਿਕ ਤੌਰ ਤੇ ਸਵਾਲ ਇਹ ਹੈ। ਨਹੀਂ ਪੁਲਿਸ ਆਲਰੇਡੀ, ਮੈਂ ਪਹਿਲਾਂ ਵੀ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਸਾਰੀਆਂ ਅਰੈਸਟ ਹੋਈਆਂ ਆ, ਗੈਂਗਸਟਰਸ ਦੀਆਂ ਵੀ ਹੋਈਆਂ ਆ, ਜਿਹੜੇ ਨਸ਼ੇ ਦੇ ਕਾਰੋਬਾਰ ਨਾਲ ਵੀ ਜੁੜੇ ਆ। ਤੇ ਸਾਡੀਆਂ ਨੈਸ਼ਨਲ ਏਜੰਸੀਆਂ ਵੀ ਕਹਿੰਦੀਆਂ ਆ ਵੀ ਇਹ ਨਸ਼ੇ ਦੇ ਕਾਰੋਬਾਰ ਨਾਲ ਵੀ ਜੁੜੀਆਂ ਆ, ਤੇ ਔਰ ਇਹੀ ਆਤੰਕ ਮਤਲਬ ਜਿਸ ਤਰੀਕੇ ਨਾਲ ਫੈਲਾਉਂਦੀਆਂ ਰਹੀਆਂ, ਉਹ 'ਚ ਕੋਈ ਦੋ ਰਾਏ ਨਹੀਂ ਹੈ। ਸਾਨੂੰ ਲੱਗਦਾ ਹੈ ਵੀ ਹੁਣ ਸਖਤੀ ਕਰਕੇ ਇਹ ਸਾਡੀਆਂ ਡਿਫੈਂਸ ਫੋਰਸਿਸ ਨੂੰ ਡੀਮੋਰਲਾਈਜ਼ ਕਰਨਾ ਚਾਹੁੰਦੇ ਆ। ਇਸ ਕਰਕੇ ਫਰਸਟ੍ਰੇਸ਼ਨ 'ਚ ਬੰਦਾ ਇਹੋ ਜਿਹੇ ਕੰਮ ਕਰਦਾ ਹੈ ਕਿ ਉੱਥੇ ਪੁਲਿਸ ਥਾਣੇ ਬੰਬ ਸੁੱਟ ਦੋ, ਰਾਤ ਨੂੰ ਕੋਈ ਫਾਇਰ ਕਰਕੇ ਭਾਜੋ, ਤੇ ਘੱਟੋ ਘੱਟ ਇਹ ਹੋਣਾ ਨਹੀਂ। ਦੇਖੋ ਹੁਣ ਬਿਲਕੁਲ ਬੜਾ ਸਪਸ਼ਟ ਹੈ, ਪੰਜਾਬ ਸਰਕਾਰ ਨੇ ਕੋਈ ਲਿਹਾਜ਼ ਨਹੀਂ ਕਿਸੇ ਦਾ ਕਰਨਾ। ਔਰ ਪੰਜਾਬ ਦੀ ਧਰਤੀ ਤੇ ਜਿਹੜਾ ਭਾਈਚਾਰਾ ਆ, ਅਮਨ ਸ਼ਾਂਤੀ ਆ, ਉਹ ਮੇਨਟੇਨ ਕਰਨਾ ਸਰਕਾਰ ਦੀ ਪ੍ਰਾਇੋਰਟੀ ਤੇ ਹੈ। ਸਰੀਨ ਸਾਹਿਬ, किस तरीके नाल देखते हो? क्योंकि सवाल यह भी है भी सेंटर स्टेट की कोऑर्डिनेशन बड़ी इंपॉर्टेंट हो जाती है। जे स्टेट की फोर्स ते अटैक होया, दैट मीन सेंटर दी ते ऑटोमैटिकली उसके दायरे दे विच आ गया, क्योंकि सारी ओवरऑल फोर्स ते सेंटर दी है, सेंटर दे अंडर ही है। सो सीधा सीधा सुरक्षा एजेंसी, सुरक्षा जिहड़े कर्मी ने उन्होंने चैलेंज करना, सुरक्षा फोर्सिस जिहड़ियां ने उन्होंने चैलेंज करना। और ना सिर्फ चैलेंज करना, पहलां ते पोस्टां पुस्टां पा के इस तरीके दियां धमकियां दित्तियां जांदियां सी, हुण ते सीधा ही अटैक करना शुरू करता। जी, जो राती तरनतारन विच 8 वजे अटैक होया वो बहुत ही मंदभागा है। और कंग साहब ने भी ठीक किया कि सीधा सीधा सिक्योरिटी फोर्सेस ਨੂੰ चैलेंज किया गया जी। और जिस तरीके नाल मई ਦੇ ਵਿੱਚ ਵੀ ਕੀਤਾ ਗਿਆ, ਉਦੋਂ ਇੰਟੈਲੀਜੈਂਸ ਹੈੱਡਕੁਆਟਰ ਦੇ ਉੱਤੇ ਅਟੈਕ ਕੀਤਾ ਗਿਆ। और उस तो वड्डी दुखदाई गल की है कि असीं एक बॉर्डर स्टेट है, बड़ी सेंसिटिव स्टेट हैगी साडी जी जी। और बहुत सारिया एजेंसीज जिहड़ियां हैगियां ने वो पंजाब दे विच अमन शांति उन्हां नूं पसंद नहीं हैगी। और कोई ना कोई ऐसी हरकतां करते रहंदे ने जिहदे नाल पंजाब दी शांति भंग होवे और इत्थे फिर फेकू फसाद होण और 80 दे दशक वाल दुआरा लैके जाना चाहुंदियां ने। इस च कोई दो राय नहीं कि एक चिंता का विषय है। लेकिन मैनू एक चीज दसो जी, इन्ना मॉरल उन्होंने हाई क्यों हो गया? आपा देखा कि ऑलमोस्ट डेली जिहड़ियां हैगियां ने जी गैंगस्टर्स दियां रैंसम कॉल्स आ रही ने। जी जी बिल्कुल। 38 ते कॉल 38 मतलब ये वो केस मैं दस्सिया जिहड़े पुलिस दे कोल रिकॉर्ड होए, 38 केस लुधियाने दे होए।
ਜਿਨ੍ਹਾਂ ਨੂੰ ਫਰੋਤੀ ਦੀਆਂ ਕਾਲਾਂ ਆਈਆਂ ਨੇ, ਜਿਹੜੇ ਪੁਲਿਸ ਨੂੰ ਰਿਪੋਰਟ ਕੀਤੇ ਗਏ ਨੇ, ਔਰ ਜਿਹੜੇ ਨਹੀਂ ਰਿਪੋਰਟ ਕੀਤੇ ਗਏ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਸੰਖਿਆ ਹੋਏਗੀ, ਕਿਉਂਕਿ ਬਹੁਤ ਸਾਰੇ ਲੋਕ ਉਹਨੂੰ ਰਿਪੋਰਟ ਵੀ ਨਹੀਂ ਕਰਦੇ ਕਿ ਵੀ ਮੈਂ ਕਲੇਸ਼ ਚ ਕਾਹਨੂੰ ਕਹਿਣਾ, ਯਾਰ ਤੂੰ ਜੋ ਦੇ ਰਿਹਾ ਲੈ ਕੇ ਤੁਰਦਾ ਹੋ ਤੇ ਮੇਰੀ ਜਾਨ ਬਖਸ਼। ਕਿਉਂਕਿ ਅਸੀਂ ਦੇਖ ਲਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜੇ ਫਰੋਤੀ ਦੀਆਂ ਕਾਲਾਂ ਆਈਆਂ, ਅਗਲੇ ਨੇ ਨਹੀਂ ਦਿੱਤਾ ਤੇ ਉਹਨੂੰ ਮਾਰਿਆ ਵੀ ਗਿਆ, ਗੋਲੀਆਂ ਵੀ ਮਾਰੀਆਂ ਗਈਆਂ, ਉਹਦੇ ਘਰ ਦੇ ਬਾਹਰ ਮਾਰੀਆਂ ਗਈਆਂ, ਉਹਨੂੰ ਵੀ ਗੋਲੀਆਂ ਮਾਰੀਆਂ ਗਈਆਂ। ਜੀ ਜੀ। ਔਰ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਇਹ ਹੈ, ਔਰ ਮੈਂ ਸਮਝਦਾ ਕਿ ਪੁਲਿਸ ਨੂੰ ਔਰ ਸਰਕਾਰ ਨੂੰ ਸਿੱਧਾ ਸਿੱਧਾ ਇਹ ਚੈਲੰਜ ਹੈ ਕਿ ਜਿਸ ਤਰੀਕੇ ਦੇ ਨਾਲ ਸੂਰੀ ਦਾ ਪਹਿਲਾ ਕਤਲ ਹੋਇਆ, ਉਹਦੇ ਕੋਲ ACP ਰੈਂਕ ਦਾ ਅਫਸਰ ਖੜਾ ਹੋਵੇ, 2 SHO ਖੜੇ ਹੋਣ, 30 ਤੋਂ ਵੱਧ ਹਥਿਆਰਬੰਦ ਪੁਲਿਸ ਵਾਲੇ ਖੜੇ ਹੋਣ, ਔਰ ਇੱਕ ਸ਼ਖਸ ਆਵੇ ਗੋਲੀਆਂ ਮਾਰ ਕੇ ਤੁਰ ਜਾਵੇ, ਔਰ ਸਾਡੀ ਪੁਲਿਸ ਦਾ ਇੱਕ ਵੀ ਬੰਦਾ ਉਹਨੂੰ ਰਿਟੈਲੀਏਟ ਨਾ ਕਰੇ, ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੇ, ਰੋਕਣ ਦੀ ਕੋਸ਼ਿਸ਼ ਨਾ ਕਰੇ, ਵਾਪਸ ਫਾਇਰ ਨਾ ਕਰੇ ਜਾਂ ਕੁਛ ਨਾ ਐਕਸ਼ਨ ਕਰੇ। ਉਹਦੇ ਬਾਅਦ ਪ੍ਰਦੀਪ ਦਾ ਆਪਾਂ ਦੇਖ ਲਿਆ ਜੀ, ਤੇਰਾ ਪ੍ਰੇਮੀ ਦਾ, ਉਹਦੇ ਕੋਲ ਵੀ ਸੁਰੱਖਾ ਕਰਮੀ ਸੀਗੇ ਜੀ, ਉਹਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ। ਔਰ ਕੱਲ ਅਸੀਂ ਨਕੋਦਰ ਦਾ ਇੰਸਟੈਂਸ ਵੀ ਦੇਖ ਲਿਆ ਕਿ ਕਿਸ ਤਰੀਕੇ ਨਾਲ ਜਿਹੜੇ ਕਪੜਾ ਵਪਾਰੀ ਚਾਵਲਾ ਜੀ ਸੀਗੇ, ਇਵਨ ਸਿਕਿਉਰਿਟੀ, ਮਤਲਬ ਜਿਹੜੇ ਲੋਕਾਂ ਨੂੰ ਅਸੀਂ ਸਮਝਦੇ ਹਾਂ ਕਿ ਸਿਕਿਉਰਿਟੀ ਦੀ ਥ੍ਰੈਟ ਹੈਗੀ ਹੈ, ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਹੈ, ਜੇ ਉਹਨਾਂ ਤੇ ਵੀ ਅਟੈਕ ਇਸ ਤਰ੍ਹਾਂ ਹੋਣਗੇ, ਚਲੋ ਸਾਰੀਆਂ ਜਿਹੜੀਆਂ ਮਰਜ਼ੀ ਘਟਨਾ ਜੋੜ ਲਈਏ, ਅਸਲ ਦੇ ਵਿੱਚ ਤਾਂ ਸਿੱਧਾ ਸਿੱਧਾ ਅਟੈਕ ਵਰਦੀ ਤੇ ਹੀ ਹੈ ਨਾ, ਕਿਸੇ ਵੀ ਰੂਪ ਦੇ ਵਿੱਚ ਹੋਵੇ। ਇਹ ਸਿੱਧਾ ਸਿੱਧਾ ਦੱਸਦਾ ਹੈਗਾ ਕਿ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਇਹਨਾਂ ਲੋਕਾਂ ਤੋਂ ਡਰ ਖੌਫ ਖਤਮ ਹੋ ਗਿਆ। ਔਰ ਉਹਦੇ ਲਈ ਦੇਖੋ, ਕਾਂਸਾ ਬੜੇ ਸਿਆਣੇ ਨੇ, ਮੇਰੇ ਮਿੱਤਰ ਨੇ, ਔਰ ਬੁਰਾ ਨਾ ਮੰਨਣ, ਉਹਦੇ ਡਿਮੋਡਰਾਈਜੇਸ਼ਨ ਦਾ ਜਿਹੜਾ ਹੈਗਾ, ਉਹਦੇ ਚ ਕੁਝ ਹਿੱਸਾ ਇਹਨਾਂ ਦੇ ਹਿੱਸੇ ਵੀ ਜਾਂਦਾ। ਤੁਸੀਂ ਦੇਖਿਆ ਕਿ ਜਦੋਂ ਲੁਧਿਆਣੇ ਦੇ DCP ਇੱਕ ਥਾਂ ਤੇ ਰੇਡ ਕਰਨ ਪਹੁੰਚੇ, ਤੇ ਇਹਨਾਂ ਦੇ MLA ਨੇ ਅੱਧਾ ਘੰਟਾ ਉਹਨੂੰ ਰੇਡ ਨਹੀਂ ਕਰਨ ਦਿੱਤੀ, ਔਰ ਕਮਿਸ਼ਨਰ ਨੂੰ ਆ ਕੇ ਮਾਫੀ ਮੰਗਣੀ ਪਈ। ਕਿਉਂ? ਕਿ ਮੇਰੇ ਏਰੀਆ 'ਚ ਜੇ ਤੁਸੀਂ ਆਏ ਹੋ ਰੇਡ ਕਰਨ ਵਾਸਤੇ, ਤੇ ਪਹਿਲਾਂ ਮੇਰੀ ਪਰਮਿਸ਼ਨ ਲੈਣੀ ਸੀਗੀ। ਕਿਆ MLA ਦੀ ਪਰਮਿਸ਼ਨ ਲੈਣੀ ਪੁਲਿਸ ਨੂੰ ਜ਼ਰੂਰੀ ਹੈ? ਚਲੋ ਇੱਕ ਵੱਖਰੀਆਂ ਗੱਲਾਂ ਨੇ। ਅਸਲ ਦੇ ਵਿੱਚ ਇਸ ਵੇਲੇ ਤੇ ਹੈ ਕਿ ਵਰਦੀ ਨੂੰ ਡਾਇਰੈਕਟ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਔਰ ਕੀ ਤੁਸੀਂ ਸਮਝਦੇ ਹੋ? ਠੀਕ ਹੈ, ਮੈਂ ਦੁਬਾਰਾ ਤੁਹਾਡੇ ਕੋਲੇ ਆ ਰਿਹਾ ਧਾਰਨੀ ਸਾਹਿਬ, ਕੀ ਇਸ ਵੇਲੇ ਜੀ ਗੱਲ ਪੂਰੀ ਕਰ ਲੈਂਦਾ, ਜਿਆਦਾ ਲੰਬਾ ਨਹੀਂ, ਆਪਾਂ ਛੋਟਾ ਰੱਖੀਏ, ਮੈਂ ਜਵਾਬ ਵੀ ਨਹੀਂ ਕਰਾਂਗਾ। ਉਸੇ ਤਰੀਕੇ ਨਾਲ ਕੱਲ ਇਹਨਾਂ ਦੇ ਜਿਹੜੇ MLA ਦੇ ਸੱਜੇ ਹੱਥ ਸੱਜੀ ਬਾਹ ਹੈ, ਉਹਨੇ ਕੀ ਅਫਸਰਾਂ ਨੂੰ ਕਿਹਾ? ਨੰਗੇ ਕਰਕੇ ਛਿੱਤਰ ਮਾਰਾਂਗੇ। ਉਹਨਾਂ ਨੇ ਤਾਂ ਕਿਹਾ ਮੇਰਾ ਮਤਲਬ ਵੀ ਕੋਈ ਨਹੀਂ ਹੁੰਦੇ ਨਾ। ਨਹੀਂ ਯਾਰ, ਹੁਣ ਆਪਾਂ ਬਾਅਦ ਚ ਆਪਾਂ ਵੀ ਰਾਜਨੀਤਿਕ ਬੰਦੇ, ਆਪਾਂ ਕਿਸੇ ਉਹਨੂੰ ਐਕਸੈਪਟ ਕਰ ਲਾਂਗੇ, ਬਾਅਦ ਚ ਨਹੀਂ ਕਰਾਂਗੇ। ਜਾਂ ਤਾਂ ਕਹਿੰਦੇ ਮੇਰਾ ਬੰਦਾ ਨਹੀਂਗਾ, ਮੇਰੇ ਨਾਲ ਨਹੀਂ ਰਹਿੰਦਾ ਹਰ ਵੇਲੇ। ਗੱਲ ਤਾਂ ਇਹ ਹੈ ਕਿ ਜਿੱਥੇ ਸਿਆਸੀ ਬੰਦੇ ਪੁਲਿਸ ਦੇ ਕੰਮ 'ਚ ਇੰਟਰਫੇਅਰ ਕਰਨਗੇ, ਡਾਇਰੈਕਸ਼ਨਸ ਦੇਣਗੇ, ਠੀਕ ਹੈ, ਮੈਂ ਤੁਹਾਡਾ ਮਤਲਬ ਸਮਝ ਗਿਆ ਕਿ ਪੁਲਿਸ ਨੂੰ ਫ੍ਰੀ ਹੈਂਡ ਹੋਣਾ ਚਾਹੀਦਾ, ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਤਾਂ ਕਿ ਉਹ ਆਪਣਾ ਐਕਸ਼ਨ ਲੈ ਸਕਣ। ਧਾਰਨੀ ਸਾਹਿਬ, ਤੁਹਾਡੇ ਤੋਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੀ ਸਥਿਤੀ 'ਚੋਂ ਪੰਜਾਬ ਲੰਘ ਰਿਹਾ, ਜਿਸ ਤਰੀਕੇ ਦੀ ਇਸ ਵੇਲੇ ਸਿਚੁਏਸ਼ਨ ਹੈ, ਚਲੋ ਪੋਲਿਟਿਕਸ ਇੱਕ ਆਪਣੀ ਜਗ੍ਹਾ ਹੁੰਦੀ ਹੈ, ਪਰ ਹਰ ਜਿਹੜਾ ਐਸਾ ਔਖਾ ਟਾਈਮ ਹੁੰਦਾ ਜਾਂ ਇਸ ਤਰੀਕੇ ਦਾ ਸਮਾਂ ਹੁੰਦਾ, ਉਹ ਸਿਆਸਤ ਕਰਨ ਦਾ ਨਹੀਂ ਹੁੰਦਾ। ਕੀ ਤੁਸੀਂ ਸਮਝਦੇ ਹੋ ਵੀ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਨੇ, ਉਹਨਾਂ ਨੂੰ ਇਕੱਠੇ ਹੋ ਕੇ ਇਸ ਦੇ ਖਿਲਾਫ ਖੜੇ ਹੋਣ ਦੀ ਜ਼ਰੂਰਤ ਹੈ, ਜਾਂ ਆਪਾਂ ਸਿਰਫ ਨੁਕਤਾਚੀਨੀ ਤੱਕ ਸੀਮਿਤ ਰਹਿ ਜਾਾਂਗੇ? ਵਿਜੇਪਾਲ ਜੀ, ਦੇਖੋ ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਦੇ ਉੱਤੇ ਇੱਕ ਐਸਾ ਸੰਕਟ ਮੰਡਰਾ ਰਿਹਾ ਹੈਗਾ ਜੀ, ਜਿਹਦੇ ਲਈ ਆਪਾਂ ਜੇ ਇਹਨੂੰ 2 ਤਰੀਕੇ ਦੇ ਨਾਲ ਦੇਖਿਆ ਜਾਵੇ ਨਾ, ਤਾਂ ਇੱਕ ਹੈਗੀ ਇੰਟਰਨਲ ਸਿਕਿਉਰਿਟੀ ਔਰ ਇੱਕ ਹੈਗੀ ਐਕਸਟਰਨਲ ਸਿਕਿਉਰਿਟੀ ਜੀ। ਜੇ ਹੁਣ ਆਪਾਂ ਮਾਲਵਿੰਦਰ ਜੀ ਦੀ ਕੰਗ ਸਾਹਿਬ ਦੀ ਗੱਲ ਨੂੰ ਮੰਨ ਲਈਏ, ਤਾਂ ਇਹਨਾਂ ਨੇ ਗੱਲ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ? ਇਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਰਡਰ ਸਟੇਟ ਹੈ ਸਾਡੀ, ਬਾਰਡਰ ਸਟੇਟ ਦੇ ਵਿੱਚ ਬਾਹਰ ਤੋਂ ਸਾਡੇ ਤੇ ਅਟੈਕ ਹੋ ਰਹੇ ਹੈਗੇ ਆ, ਔਰ ਸਰੀਨ ਸਾਹਿਬ ਕਹਿ ਰਹੇ ਹੈਗੇ ਆ ਕਿ ਪੰਜਾਬ ਦੀ ਸਰਕਾਰ ਨਕੰਮੀ ਹੈਗੀ ਆ, ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਉਹਨਾਂ ਦੇ ਉੱਤੇ ਸਿੱਟਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹ ਦੋਵੇਂ ਸਰਕਾਰਾਂ ਜਿਹੜੀਆਂ ਹੈਗੀਆਂ, ਇਹ ਦੋਵੇਂ ਸਰਕਾਰਾਂ ਨਾਕਾਮਯਾਬ ਹੈ। ਦੇਖੋ, ਇਹ ਸਰਕਾਰ ਬਣਨ ਵੇਲੇ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਸੀ, ਉਹ ਅਮਿਤ ਸ਼ਾਹ ਜੀ ਨੇ 50 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ BSF ਦੇ ਅਧਿਕਾਰ ਖੇਤਰ ਦੇ ਵਿੱਚ ਲਿਆਤਾ ਸੀ। ਨੈਚੁਰਲੀ ਹੁਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਉਹਨੂੰ ਉਹ ਸੰਭਾਲਣ, ਸਾਰਾ ਕੁਝ ਕੰਟਰੋਲ ਕਰਨ। ਦੂਜੀ ਗੱਲ, ਜਿਸ ਦਿਨ ਤੋਂ ਇਹ ਸਰਕਾਰ ਆ ਗਈ, ਉਸੇ ਦਿਨ ਤੋਂ ਬਾਰਡਰ ਤਾਂ ਸਦਾ ਤੋਂ ਚੱਲ ਰਿਹਾ ਹੈਗਾ, 1947 ਤੋਂ ਚੱਲ ਰਿਹਾ। ਹੁਣ ਇਹ ਜਿਹੜੀ ਹੈਗਾ
ਐਡੇ ਵੱਡੇ ਵੱਡੇ ਅਟੈਕ ਇਹ ਸਰਕਾਰ ਦੇ ਵਿੱਚ ਕਿਉਂ ਹੋਣੇ ਸ਼ੁਰੂ ਹੋ ਗਏ? ਜਾਂ ਇਹ ਕੋਈ ਕਰਵਾ ਰਿਹਾ ਹੈਗਾ, ਜਾਂ ਕਿਸੇ ਦਾ ਨਾਂ ਲੈ ਰਿਹਾ ਹੈਗਾ, ਜਾਂ ਇਹ ਜਿਹੜੀ ਹੈਗੀ ਆ ਪੰਜਾਬ ਦੀ ਸਰਕਾਰ ਨਕਮੀ ਹੈਗੀ ਆ। ਔਰ ਦੂਜੀ ਗੱਲ ਦੇਖੋ, ਇਹ ਬੜਾ ਸੌਖਾ ਕੰਮ ਹੁੰਦਾ ਹੈ ਜੀ ਕਿ ਕਿਸੇ ਗੱਲ ਨੂੰ ਆਪਾਂ ਕਹਿ ਦਈਏ ਕਿ ਇਹਦੇ ਵਿੱਚ ਤਾਂ ਜੀ ਬਾਹਰਲੀ ਤਾਕਤਾਂ ਦਾ ਹੱਥ ਹੈਗਾ। ਮੈਂ ਬਾਹਰਲੀ ਤਾਕਤਾਂ ਦੀ ਗੱਲ ਕਰਦਾ ਇਹ ਹੈਗਾ ਕਿ ਇਹ ਦੱਸਣ ਕਿ ਸਭ ਤੋਂ ਪਹਿਲਾਂ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ ਇੱਕ ਅਟੈਕ ਹੁੰਦਾ ਹੈਗਾ ਮੋਹਾਲੀ ਦੇ ਵਿੱਚ, ਉਸ ਤੇ ਕੀ ਖੁਲਾਸੇ ਹੋਏ ਆ ਇਹ ਲੋਕਾਂ ਨੂੰ ਦੱਸਣ ਕਿ ਉਹ ਬਾਹਰ ਦਾ ਅਟੈਕ ਹੈਗਾ ਜਾਂ ਇੰਟਰਨਲ ਅਟੈਕ ਹੈਗਾ। ਉਹਦੇ ਵਿੱਚ ਮਾਈਨਰ ਬੱਚੇ ਫੜ ਕੇ ਉਸ ਤੋਂ ਬਾਅਦ ਉਹ ਗੱਲ ਜਿਹੜੀ ਹੈਗੀ ਆ ਕਿਸੇ ਕੰਡੇ ਨਹੀਂ ਨਿਕਲੀ, ਨਾ ਉਹਦੇ ਵਿੱਚੋਂ ਕੋਈ ਖੁਲਾਸੇ ਹੋਏ ਆ, ਨਾ ਕੋਈ ਜਾਂ ਇਹ ਹੁਣ ਅੱਜ ਦੱਸ ਦੇਣ ਵੀ ਉਹਦੇ ਵਿੱਚੋਂ ਕੀ ਕੱਢਿਆ। ਚਲੋ ਦੂਸਰੀ ਗੱਲ, ਇਹਨਾਂ ਨੂੰ ਇੱਕ ਸੈਕਿੰਡ ਵਿਜੇਪਾਲ ਜੀ, ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਨੋਟਿਸ ਲਾਇਆ, ਐਸਐਸਪੀ ਦੇ ਦਸਤਖਤਾਂ ਵਾਲਾ ਨੋਟਿਸ ਲਾਇਆ ਬਾਹਰ ਕਿ ਥਾਣੇ ਨੂੰ ਖਤਰਾ ਹੋ ਸਕਦਾ ਹੈਗਾ, ਔਰ ਫਿਰ ਪਾੜ ਰਹੇ ਆ, ਬਾਅਦ ਚ ਹਟਾਤਾ ਉਹਨੂੰ। ਠੀਕ ਹੈ, ਬਿਲਕੁਲ ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਸੁਖਦੇਵ ਜੀ ਤੋਂ ਇੱਕ ਕਮੈਂਟ ਲੈ ਲਾਂ, ਫਿਰ ਕੰਗ ਸਾਹਿਬ ਤੋਂ ਇਸਦਾ ਮੈਂ ਕੰਪਲੀਟ ਸਾਰੇ ਜਿਹੜੇ ਮਹਿਮਾਨਾਂ ਨੇ ਗੱਲ ਕੀਤੀ ਹੈ ਉਸ ਦਾ ਜਵਾਬ ਲਵਾਂਗਾ। ਸੁਖਦੇਵ ਜੀ, ਤੁਸੀਂ ਕੀ ਸਮਝਦੇ ਹੋ? ਕੈਪਟਨ ਅਮਰਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਕਿਸੇ ਵੇਲੇ ਸੀਐਮ ਹੁੰਦੇ ਸੀ, ਉਹਨਾਂ ਦਾ ਵੀ ਅੱਜ ਬਿਆਨ ਆਇਆ ਕਿ ਪੁਲਿਸ ਨੂੰ ਫ੍ਰੀ ਹੈਂਡ ਦੇਣਾ ਚਾਹੀਦਾ, ਤਾਂ ਹੀ ਇਹ ਸਭ ਖਤਮ ਹੋ ਸਕਦਾ ਹੈ, ਨਹੀਂ ਤੇ ਇਸ ਤਰੀਕੇ ਨਾਲ ਨਹੀਂ ਹੋਣਾ। ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਅੱਜ ਜੋ ਹਾਲਾਤ ਨੇ, ਦੇਖੋ ਇਹਦੇ ਵਿੱਚ ਇਸ ਗੱਲ ਨੂੰ ਤਾਂ ਬਿਲਕੁਲ ਆਪਾਂ ਇਗਨੋਰ ਨਹੀਂ ਕਰ ਸਕਦੇ ਵੀ ਪਾਕਿਸਤਾਨ ਜਾਂ ਜਿਹੜੀਆਂ ਸਰਹੱਦੋਂ ਪਾਰ ਇਹਦੇ ਚ ਐਕਟੀਵਿਟੀਜ਼ ਨਹੀਂ ਹੁੰਦੀਆਂ, ਪਰ ਉਹ ਹਮੇਸ਼ਾ ਹੀ ਹੁੰਦੀਆਂ ਰਹੀਆਂ ਨੇ। ਦੇਖੋ ਪੰਜਾਬ ਦੇ ਕਾਲਾ ਦੌਰ ਦੇਖਿਆ, ਉਦੋਂ ਵੀ ਹੁੰਦੀਆਂ ਸੀ, ਪਰ ਅਸੀਂ ਉਸ ਟਾਈਮ ਵੀ ਨਹੀਂ ਦੇਖਿਆ। ਸਰਕਾਰਾਂ ਵੱਖਰੀਆਂ ਸੀ, ਸੂਬੇ 'ਚ ਗਵਰਨਰੀ ਰੂਲ ਵੀ ਰਿਹਾ, ਸਰਕਾਰਾਂ ਵੀ ਰਹੀਆਂ ਨੇ, ਸੈਂਟਰ 'ਚ ਵੱਖਰੀਆਂ ਵੀ ਰਹੀਆਂ ਨੇ, ਪਰ ਕਦੇ ਇਸ ਕਿਸਮ ਦਾ ਅਸੀਂ ਰੱਟਾ ਨਹੀਂ ਸੀ ਦੇਖਦੇ ਵੀ ਅਸੀਂ ਸੈਂਟਰ ਵਾਲੇ ਸਟੇਟ ਤੇ ਸਟੇਟ ਵਾਲੇ ਸੈਂਟਰ ਦੇ ਉੱਤੇ ਕੋਈ ਹੋਰ ਕੋਆਰਡੀਨੇਸ਼ਨ ਦੇ ਨਾਲ ਉਹ ਲੜਾਈ ਜਿਹੜੀ ਸੀ ਜਿੱਤੀ ਸੀ। ਪਰ ਅੱਜ ਹੋ ਕੀ ਰਿਹਾ ਹੈਗਾ, ਹੁਣ ਜਿਵੇਂ ਅਸੀਂ ਨਾ ਨਵੇਂ ਤਰਕ ਲੈ ਕੇ ਆ ਰਹੇ ਹਾਂ, ਔਰ ਇਹ ਤਰਕਾਂ ਦੇ ਨਾਲ ਅਸੀਂ ਇਹ ਲੜਾਈ ਜਿੱਤ ਨਹੀਂ ਸਕਦੇ, ਕਿਉਂਕਿ ਅਸੀਂ ਕਹਤਾ ਜੀ ਅੱਜ ਫਰਸਟ੍ਰੇਸ਼ਨ, ਇਹ ਫਰਸਟ੍ਰੇਸ਼ਨ ਨਹੀਂ, ਉਹਨਾਂ ਦੀ ਹਿੰਮਤ ਹੈ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕੰਗ ਸਾਹਿਬ ਨਾਲ ਵੀ ਜੀ ਫਰਸਟ੍ਰੇਸ਼ਨ ਚ ਕਰ ਰਹੇ ਆ, ਉਹ ਫਰਸਟ੍ਰੇਸ਼ਨ ਚ ਨਹੀਂ, ਉਹਨਾਂ ਦੀ ਹਿੰਮਤ ਵੱਧ ਰਹੀ ਹੈ, ਉਹਨਾਂ ਨੂੰ ਗਰਾਊਂਡ ਮਿਲ ਰਿਹਾ ਔਰ ਉਹਨਾਂ ਨੂੰ ਇਹ ਜਿਹੇ ਹਾਲਾਤ ਮਿਲ ਰਹੇ ਨੇ, ਇਹ ਜੀ ਕਾਰਵਾਈਆਂ ਕਰਦੇ ਤਾਂ ਅੱਜ ਇਹ ਕਾਰਵਾਈਆਂ ਹੋ ਰਹੀਆਂ ਨੇ। ਦੇਖੋ ਤੁਸੀਂ, ਮੈਂ ਇੱਕ ਗੱਲ ਦੱਸਦਾ ਕਿ ਬਾਕੀ ਮੈਂ ਗੱਲਾਂ ਰਿਪੀਟ ਕਰਾਂ, ਜਿਹੜੇ ਬਾਕੀ ਬੁਲਾਰੇ ਬੋਲ ਕੇ ਕੋਈ ਲਾਭ ਨਹੀਂ ਹੁੰਦਾ। ਠੀਕ ਹੈ, ਤੁਸੀਂ ਪੁਲਿਸ ਫੋਰਸ ਨੂੰ ਡਿਮੋਰਲਾਈਜ਼ ਕਰ ਰਹੇ ਹੋ। ਦੇਖੋ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ, ਪਟਿਆਲੇ ਦੇ ਵਿੱਚ ਇੱਕ ਇਨਸੀਡੈਂਟ ਹੁੰਦਾ ਹੈ, ਠੀਕ ਹੈ, ਦੋ ਕਮਿਊਨਿਟੀਜ਼ ਦੇ ਵਿੱਚ, ਉਦੋਂ ਕੀ ਹੁੰਦਾ ਹੈ, ਅਸੀਂ ਉੱਥੋਂ ਦਾ ਐਸਐਸਪੀ ਬਦਲ ਦਿੰਦੇ ਆ, ਉਹਨੂੰ ਅਸੀਂ ਕਹਿਤਾ ਵੀ ਤੂੰ ਨਿਕੰਮਾ ਹੈ, ਤਾਂ ਹੀ ਬਦਲਿਆ ਨਾ ਜੀ, ਉਹਨੂੰ ਹੁਣ ਅਸੀਂ ਮਾਨਸਾ ਲਾਤਾ, ਕੁਛ ਚਿਰ ਅਸੀਂ ਸਾਈਡ ਲਾਈਨ ਰੱਖਿਆ, ਹੁਣ ਅਸੀਂ ਮਾਨਸਾ ਲਾਤਾ, ਔਰ ਉਸ ਜਗ੍ਹਾ ਤੇ ਲਾਤਾ ਜਿੱਥੇ ਕਿ ਸਾਰੀ ਪੁਲਿਸ ਦੀ ਮੇਰੇ ਖਿਆਲ ਮੈਕਸਿਮਮ ਐਕਟੀਵਿਟੀ ਚੱਲ ਰਹੀ ਆ। ਸਾਰਿਆਂ ਨੂੰ, ਗੈਂਗਸਟਰਾਂ ਨੂੰ, ਜਿੰਨਿਆਂ ਨੂੰ ਵੀ ਹੈ, ਜੇ ਅੱਜ ਰਿਮਾਂਡ ਤੇ ਲੈ ਕੇ ਆ ਰਿਹਾ ਜੇਲ੍ਹਾਂ ਚੋਂ, ਤਾਂ ਮਾਨਸਾ ਪੁਲਿਸ ਲੈ ਕੇ ਆਉਂਦੀ ਹੈ ਸਭ ਤੋਂ ਪਹਿਲਾਂ, ਕਿਉਂਕਿ ਸਿੱਧੂ ਮੂਸੇਵਾਲਾ ਸਾਹਿਬ, ਪਰ ਉਸ ਵੇਲੇ ਤਾਂ ਉਹਨਾਂ ਨੇ ਸੰਭਾਲਿਆ ਹੀ, ਉਸ ਵੇਲੇ ਤਾਂ ਉਹਨਾਂ ਨੇ ਸੰਭਾਲਿਆ ਜਿਹੜੇ ਇਨਸੀਡੈਂਟ ਦੀ ਤੁਸੀਂ ਜ਼ਿਕਰ ਕਰ ਰਹੇ ਹੋ। ਚਲੋ ਬਦਲੀ ਕਰਨਾ ਜਾਂ ਨਹੀਂ ਕਰਨਾ ਉਹ ਸਰਕਾਰ ਦੇ ਇਖਤਿਆਰ ਹੁੰਦੇ ਆ, ਪਰ ਜਿਹੜੀਆਂ ਚੀਜ਼ਾਂ ਸਾਹਮਣੇ ਨਜ਼ਰ ਆਉਂਦੀਆਂ ਸੀ ਉਹਨੂੰ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ ਨਾ। ਮੈਂ ਉਹੀ ਗੱਲ ਕਹਿ ਰਿਹਾ ਨਾ, ਅਸੀਂ ਇੱਕ ਪਾਸੇ ਤਾਂ ਕਹਿੰਦੇ ਨੇ ਫ੍ਰੀ ਹੈਂਡ ਹੈ, ਉਹਨਾਂ ਨੂੰ ਅਸੀਂ ਇਹ ਕਹਿ ਕੇ ਵੀ ਤੁਸੀਂ ਪ੍ਰੋਪਰ ਹੈਂਡਲ, ਮੋਰਲ ਡਾਊਨ ਹੁੰਦਾ। ਮੈਂ ਤੁਹਾਡੀ ਗੱਲ ਸਮਝ ਗਿਆ, ਇਹਨਾਂ ਚੀਜ਼ਾਂ ਨਾਲ ਮੋਰਲ ਡਾਊਨ ਹੁੰਦਾ। ਜਿਹੜੀ ਗੱਲ ਤੁਸੀਂ ਕਹਿਣੀ ਚਾਹ ਰਹੇ ਹੋ ਕੰਗ ਸਾਹਿਬ, ਅਸੀਂ ਗਲਤ ਸੀ, ਠੀਕ ਹੈ, ਜਿਹੜੀ ਗੱਲ ਸੁਖਦੇਵ ਜੀ ਕਹਿ ਰਹੇ ਨੇ, ਕੰਗ ਸਾਹਿਬ ਜਾਂ ਬਾਕੀ ਬੁਲਾਰਿਆਂ ਨੇ ਕਹੀ ਹੈ ਕਿ ਪੁਲਿਸ ਦਾ ਮੋਰਲ ਡਾਊਨ ਹੁੰਦਾ ਹੈ, ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਫਰਸਟ੍ਰੇਸ਼ਨ ਹੈ, ਫਰਸਟ੍ਰੇਸ਼ਨ ਤੁਸੀਂ ਕਹਿ ਸਕਦੇ ਹੋ, ਉਹਨੂੰ ਬਿਆਨ ਦੇਣਾ ਹੈ ਕਿ ਫਰਸਟ੍ਰੇਸ਼ਨ ਹੈ ਜੀ, ਬੁਖਲਾ ਕੇ ਐ ਕਰ ਰਹੇ ਹੈ, ਪਰ ਜੇ ਉਸ ਦਾ ਕੋਈ ਦੂਜਾ ਪੱਖ ਦੇਖੀਏ ਜਾਂ ਉਸ ਨੂੰ ਦੂਜੇ ਨਜ਼ਰੀਏ ਨਾਲ ਦੇਖੀਏ, ਤਾਂ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਉਹਨਾਂ ਦੀ ਹਿੰਮਤ ਇੰਨੀ ਕਿਵੇਂ ਹੋ ਗਈ, ਹਿੰਮਤ ਵੀ ਉਸ ਦੇ ਲਈ ਸ਼ਬਦ ਵਰਤਿਆ ਜਾ ਸਕਦਾ ਹੈ ਕੰਗ ਸਾਹਿਬ। ਨਹੀਂ ਨਹੀਂ, ਮੈਂ ਉਹਦਾ ਰੀਜਨ ਵੀ ਦੇ ਰਿਹਾ ਹਾਂ। ਫਰਸਟ੍ਰੇਸ਼ਨ ਇਸ ਕਰਕੇ ਆ ਵੀ ਹੁਣ ਲਗਾਤਾਰ ਉਹਨਾਂ ਦੀ ਅਰੈਸਟ ਹੋ ਰਹੀ ਹੈ, ਇਨਕਾਊਂਟਰ ਹੋ ਰਿਹਾ, ਰਿਮਾਂਡ ਹੋ ਰਿਹਾ। ਮੈਂ ਐਵੇਂ ਹਵਾ 'ਚ ਗੱਲ ਨਹੀਂ ਕਰ ਰਿਹਾ, ਔਰ ਇਹ ਤੇ ਕੋਈ ਦੋ ਰਾਏ ਨਹੀਂ ਹੈ। ਜਿੱਥੋਂ ਤੱਕ ਗੱਲ ਹੈਗੀ ਆ ਰਾਜਨੀਤੀਕਰਨ ਦੀ, ਦੇਖੋ ਮੈਂ ਇੱਕ ਗੱਲ ਸਪਸ਼ਟ ਕਰਾਂ, ਜਦੋਂ ਸਾਡੀ ਸਰਕਾਰ ਦੀ ਕੈਬਨਿਟ ਦੀ ਫਾਰਮੇਸ਼ਨ ਵੀ ਨਹੀਂ ਹੋਈ ਸੀ ਬਰਾੜ ਸਾਹਿਬ, ਉਦੋਂ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਔਰ ਮੁੱਖ ਮੰਤਰੀ ਮਾਨ ਸਾਹਿਬ ਦੋਨਾਂ ਨੇ ਲਾਈਵ ਹੋ ਕੇ ਕਹਿਤਾ ਸੀ ਵੀ ਕੋਈ ਵੀ ਐਮਐਲਏ ਥਾਣੇਦਾਰ ਲਵਾਉਣ ਨਾ ਆਵੇ। ਰਾਜਨੀਤੀਕਰਨ ਕੀ ਆ, ਪਹਿਲਾਂ ਤਾਂ ਮੈਂ ਐਕਸਪਲੇਨ ਕਰਦਾ। ਰਾਜਨੀਤੀਕਰਨ ਇਹ ਸੀ, ਹਲਕਾ ਇੰਚਾਰਜ ਦੇ ਨਾਂ ਤੇ ਉੱਥੇ ਜਿਹੜਾ ਵੀ ਅਫਸਰ ਲੱਗਦਾ ਸੀ, ਉਹ ਪਹਿਲਾਂ ਸਵੇਰੇ ਹਲਕਾ ਇੰਚਾਰਜ ਨੂੰ ਜਾਂ ਐਮਐਲਏ ਨੂੰ ਪਹਿਲਾਂ ਸਲੂਟ ਕਰਦਾ ਸੀ, ਫਿਰ ਇਹ ਪੁੱਛਦਾ ਸੀ ਐਫਆਈਆਰ ਕਰਾਂ ਜਾਂ ਨਾ ਕਰਾਂ।
ਹਜ਼ਾਰਾਂ ਇਹੋ ਜਿਹੇ ਕੇਸਸ ਹੈ ਪੰਜਾਬ 'ਚ ਜਿੱਥੇ ਪੁਲਿਸ ਵਾਲਿਆਂ ਨੂੰ ਪਹਿਲਾਂ ਮਤਲਬ ਸੀਰੀਅਸ ਤੋਂ ਸੀਰੀਅਸ ਕ੍ਰਾਈਮ ਵੀ ਹੋਇਆ ਤੇ ਫੋਨ ਪੋਲੀਟੀਕਲ ਹੁੰਦਾ ਸੀ, ਨਹੀਂ FIR ਨਹੀਂ ਕਰਨੀ ਆ ਜਾਂ ਨਹੀਂ ਕਰਨੀ। ਇਹ ਰਾਜਨੀਤੀਕਰਨ ਹੁੰਦਾ ਸੀ ਵੀ ਪੁਲਿਸ ਨੂੰ ਇੰਡੀਪੈਂਡੈਂਟਲੀ ਅਕੋਰਡਿੰਗ ਟੂ ਲਾਅ ਕੰਮ ਨਾ ਕਰਨ ਦੇਣਾ। ਸਾਡੀ ਸਰਕਾਰ ਨੇ, ਸਾਡੇ ਮੁੱਖ ਮੰਤਰੀ ਜੀ ਨੇ ਤਾਂ ਪਹਿਲੇ ਦਿਨ ਹੀ ਕਿਹਾ ਹੈ ਪ੍ਰੋਫੈਸ਼ਨਲੀ ਪੁਲਿਸ ਅਕੋਰਡਿੰਗ ਟੂ ਰੂਲ ਆਫ ਲਾਅ ਦੇ ਹਿਸਾਬ ਨਾਲ ਕੰਮ ਕਰੇ। ਸਾਡੇ ਕਿਸੇ ਲੀਡਰ ਦੀ ਜਾਂ ਕਿਸੇ ਮਿਨਿਸਟਰ ਦੀ, ਕਿਸੇ MLA ਦੀ ਇੰਟਰਫੇਰੈਂਸ ਹੋਊਗੀ ਤਤਕਾਲ ਨੋਟਿਸ ਲਵਾਂਗੇ। ਔਰ ਮੈਂ ਤੁਹਾਨੂੰ ਦੱਸਾਂ ਜਿੱਥੇ ਕੋਈ ਇੱਕ ਦੋ ਇਨਸੀਡੈਂਟ ਆਏ ਆ ਉੱਥੇ ਨੋਟਿਸ ਵੀ ਲਿਆ ਮੁੱਖ ਮੰਤਰੀ ਜੀ ਨੇ। ਇਹ ਨਹੀਂ ਆ ਵੀ ਇਹ ਕਰਤਾ। ਔਰ ਲੋਕ ਇਸ ਕਰਕੇ ਹੀ ਕਹਿਣ ਲੱਗ ਗਏ ਆ ਵੀ ਇਹ ਜੀ ਇਹ MLA ਜਿਹੜੇ ਆ ਪੁਲਿਸ ਨੂੰ ਫੋਨ ਨਹੀਂ ਕਰਦੇ। ਕਿਉਂ ਫੋਨ? ਜਿੱਥੇ ਕੋਈ ਜਾਇਜ਼ ਗੱਲ ਕਿਸੇ ਨਾਲ ਧੱਕਾ ਹੋਊ ਤਾਂ ਕਰਾਂਗੇ। ਇਹ ਨਹੀਂਗਾ ਵੀ ਕਿਸੇ ਤੇ ਪਰਚਾ ਕਰਾਉਣਾ। ਪਰਚਾ ਕਲਚਰ ਦਾ ਜਿਹੜਾ ਟ੍ਰੈਂਡ ਹੈ ਖਤਮ ਹੀ ਅਸੀਂ ਕੀਤਾ। ਰਹੀ ਗੱਲ ਦੇਖੋ, ਇਹ ਇੱਕ ਮੈਂ ਬੜੇ ਸਪਸ਼ਟ ਕਰਾਂ, ਵਾਰ-ਵਾਰ ਜਿਹੜਾ ਇਹਨਾਂ ਨੇ ਕਿਹਾ ਸੀ ਧਾਰਨੀ ਸਾਹਿਬ ਨੇ ਕਿ ਸਾਡੀ ਸਰਕਾਰ ਦੇ ਟਾਈਮ ਦਾਇਰਾ ਵਧਿਆ, ਦਾਇਰਾ ਕਾਂਗਰਸ ਦੇ ਟਾਈਮ ਵੱਧ ਗਿਆ ਸੀ। ਔਰ ਇਹ ਸੈਂਟਰ ਸਰਕਾਰ ਨੇ ਉਸ ਟਾਈਮ ਵਧਾਤਾ ਜਦੋਂ ਪ੍ਰਧਾਨ ਮੰਤਰੀ ਜੀ ਵਾਲਾ ਇਸ਼ੂ ਹੋਇਆ ਸੀ, ਐਪੀਸੋਡ ਹੋਇਆ ਸੀ। ਲੇਕਿਨ ਅਸੀਂ ਤੇ ਅੱਜ ਵੀ ਸਾਡੇ DGP ਸਾਹਿਬ ਨੇ ਕਿਹਾ ਅਸੀਂ ਤੇ ਤਾਲਮੇਲ ਕਰ ਰਹੇ ਹਾਂ, ਲੇਕਿਨ ਬਹੁਤ ਹੱਦ ਤੱਕ ਬਾਰਡਰ ਦੀ ਸਿਕਿਉਰਿਟੀ ਦੀ ਔਰ ਕਾਫੀ ਏਰੀਏ ਤੱਕ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਪੰਜਾਬ ਪੁਲਿਸ ਦਾ ਰੋਲ ਉੱਥੇ ਸਿਰਫ ਅਸਿਸਟੈਂਟ ਦਾ ਹੈ, ਉਹਦੇ 'ਚ ਅਸੀਂ ਕੋਈ ਕੁਤਾਹੀ ਨਹੀਂ ਕਰ ਰਹੇ। ਅਸੀਂ ਤੇ ਹਰ ਤਰੀਕੇ ਨਾਲ ਤਰ੍ਹਾਂ ਈਵਨ ਕੱਲ ਮੁੱਖ ਮੰਤਰੀ ਜੀ ਨੇ ਅਮਿਤ ਸ਼ਾਹ ਜੀ ਕੋ ਜਾ ਕੇ ਪੁਲਿਸ ਦਾ ਮਾਡਰਨਾਈਜੇਸ਼ਨ ਕਿਸ ਤਰ੍ਹਾਂ ਕਰਨਾ ਹੈ, ਸਾਨੂੰ ਹੋਰ ਕਿਸ ਤਰ੍ਹਾਂ ਬਾਰਡਰ ਸਟੇਟ ਤੇ ਅਸਿਸਟੈਂਟ ਦੀ ਲੋੜ ਹੈ, ਉਹ ਆਪਣਾ ਵਿਸ਼ਾ ਵੀ ਰੱਖਿਆ। ਸਰਕਾਰ ਹਰੇਕ ਤਰੀਕੇ ਨਾਲ ਜੋ ਟ੍ਰੈਡੀਸ਼ਨਲੀ ਚੱਲ ਰਿਹਾ ਸੀ ਚੱਲਣ ਦੋ, ਲੁੱਟ ਖਸੁੱਟ ਹੋਈ ਜਾਂਦੀ ਚੱਲਣ ਦੋ, ਔਰ ਬੰਦ ਕਰ ਰਹੇ ਹਾਂ। ਔਰ ਨੋ ਡਾਊਟ ਥੋੜਾ ਟਾਈਮ ਲੱਗੂ, ਮੈਂ ਨਹੀਂ ਕਹਿ ਰਿਹਾ ਵੀ ਸਾਰਾ ਮਸਲਾ ਕਲੀਨ ਹੋ ਗਿਆ, ਟਾਈਮ ਲੱਗੂਗਾ, ਥੋੜਾ ਜਿਹਾ ਹੋਰ ਲੱਗੂਗਾ, ਲੇਕਿਨ ਪੁਲਿਸ ਹੁਣ ਪ੍ਰੋਫੈਸ਼ਨਲੀ ਇੰਡੀਪੈਂਡੈਂਟਲੀ ਕਾਨੂੰਨ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ। ਮੈਂ ਆ ਰਿਹਾ ਤੁਹਾਡੇ ਕੋਲ ਦੁਬਾਰਾ। ਕੰਗ ਸਾਹਿਬ, ਸਰੀਨ ਸਾਹਿਬ ਜਵਾਬ ਦੇਣਾ ਚਾਹੁੰਦੇ ਆ ਜੀ। ਸਰੀਨ ਸਾਹਿਬ। ਰਾਜ ਸਾਹਿਬ, ਮੈਂ ਦੋ ਵਿਸ਼ੇ ਜਿਹੜੇ ਕੰਗ ਸਾਹਿਬ ਨੇ ਲਿੱਤੇ ਮੈਂ ਉਹਦੇ ਤੇ ਕਹਿਣਾ ਚਾਹੁੰਦਾ। ਕੰਗ ਸਾਹਿਬ, ਤੁਸੀਂ ਖੁਦ ਵਕੀਲ ਹੋ, ਬੜੇ ਸਿਆਣੇ ਹੋ, ਮੇਰੇ ਛੋਟੇ ਵੀਰ ਹੋ, ਬਹੁਤ ਲੰਬਾ ਸਮਾਂ ਇਕੱਠੇ ਹੀ ਕੰਮ ਕੀਤਾ। BSF ਦਾ ਦਾਇਰਾ ਵਧਿਆ, BSF ਕੋਲ ਪੁਲਿਸਿੰਗ ਨਹੀਂ ਆਈ। BSF ਦਾ ਦਾਇਰਾ ਵਧਾਇਆ ਕ੍ਰਾਸ ਬਾਰਡਰ ਟੈਰਰਿਜ਼ਮ ਨੂੰ ਰੋਕਣ ਵਾਸਤੇ। ਜਿਹੜੀ ਪੁਲਿਸਿੰਗ ਅਥਾਰਟੀ ਹੈ ਉਹ ਪੰਜਾਬ ਪੁਲਿਸ ਹੈ। ਤੁਸੀਂ ਕਹਿੰਦੇ ਹੋ ਜੀ ਕਿ ਉੱਥੇ BSF ਦੀ ਜ਼ਿੰਮੇਵਾਰੀ ਬਣ ਗਈ ਤੇ ਪੰਜਾਬ ਪੁਲਿਸ ਅਸਿਸਟ ਕਰ ਰਹੀ ਹੈ, ਐਸਾ ਨਹੀਂ ਹੈ। ਪੁਲਿਸਿੰਗ ਦਾ ਕੰਮ ਪੰਜਾਬ ਪੁਲਿਸ ਦਾ ਕਰਨਾ ਹੈ, ਬਾਰਡਰ ਦੀ ਰਾਖੀ ਕਰਨਾ। ਔਰ ਜਿਹੜੇ ਡਰੋਨਸ ਅੱਗੇ ਤੱਕ ਆ ਜਾਂਦੇ ਸੀ ਉਹਨਾਂ ਦੀ ਜੁਰਿਸਡਿਕਸ਼ਨ ਤੋਂ ਬਾਹਰ ਹੋਈ ਸੀ, ਉਸ ਕਰਕੇ ਦਾਇਰਾ ਵਧਿਆ। ਅੱਜ ਵੀ DGP ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਹੈ ਕਿ ਸਾਡੀ ਔਰ BSF ਦੀ ਫੁੱਲ ਕੋਆਰਡੀਨੇਸ਼ਨ ਚੱਲ ਰਹੀ ਹੈ। ਦਿਸ ਇਜ਼ ਸਟੇਟਮੈਂਟ ਔਨ ਰਿਕਾਰਡ, ਠੀਕ ਹੈ ਨਾ। ਸੋ ਇਸ ਕਰਕੇ ਆਪਾਂ ਲੋਕਾਂ ਨੂੰ ਇਹ ਨਾ ਕਰੀਏ ਜੀ BSF ਦਾ ਜ਼ਿੰਮੇਵਾਰੀ ਹੈ 50 ਕਿਲੋਮੀਟਰ ਦੀ, ਪੁਲਿਸਿੰਗ ਦੀ ਜ਼ਿੰਮੇਵਾਰੀ ਸਟੇਟ ਪੁਲਿਸ ਦੀ ਨਹੀਂ। ਮੇਰਾ ਸਵਾਲ ਦੋਨੇ ਆਗੂਆਂ ਨੂੰ ਮੇਰਾ ਸਵਾਲ ਇਹ ਹੈ, ਸਰੀਨ ਸਾਹਿਬ, ਦੋਨੇ ਆਗੂਆਂ ਨੂੰ ਮੇਰਾ ਸਵਾਲ ਇਹ ਹੈ, ਬੀਇੰਗ ਏ ਪੰਜਾਬੀ, ਪੰਜਾਬ ਦੇ ਵਸਨੀਕ ਹੋਣ ਦੇ ਨਾਤੇ, ਕਿ ਕੀ ਆਪਾਂ ਇਲਜ਼ਾਮ ਤਰਾਸ਼ੀਆਂ ਨੂੰ ਛੱਡ ਕੇ ਇਸ ਚੀਜ਼ ਦੇ ਖਿਲਾਫ ਇਕੱਠੇ ਹੋ ਕੇ ਕਦੇ ਲੜਾਂਗੇ ਕਿ ਨਹੀਂ? ਮੈਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਜੀ। ਸਾਨੂੰ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ, ਜਿੱਥੇ ਤੱਕ ਤੇ ਅੱਤਵਾਦ ਦਾ ਸਵਾਲ ਹੈ ਉਹਦੇ ਇਕਮੁੱਠ ਹੋ ਕੇ ਲੜਨਾ ਪਏਗਾ। ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ। BJP ਕਮਿਟਡ ਹੈ ਇਸ ਕੰਮ ਵਾਸਤੇ। ਜਿੱਥੇ ਸਹਿਯੋਗ ਮੰਗਣਗੇ ਅਸੀਂ ਸਹਿਯੋਗ ਦੇਵਾਂਗੇ। ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ, ਭਾਈਚਾਰਾ ਨਹੀਂ ਵਿਗੜਨ ਦੇਵਾਂਗੇ। ਲੇਕਿਨ ਦੂਜੇ ਪਾਸੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਤੇ ਇਹਨਾਂ ਨੂੰ ਨਿਭਾਣੀ ਪਏਗੀ, ਕਿਉਂਕਿ ਸਰਕਾਰ ਹੀ ਚਲਾ ਰਹੇ ਨੇ। ਹੁਣ ਇਹਨਾਂ ਨੇ ਕਿਹਾ ਜੀ MLAs ਨੂੰ ਇੰਟਰਫੇਰੈਂਸ ਨਹੀਂ ਕਰਨ ਦਿੰਦੇ ਪਏ। ਮੈਨੂੰ ਇੱਕ ਚੀਜ਼ ਦੱਸੋ, ਬਰਾੜ ਸਾਹਿਬ, ਤੁਹਾਨੂੰ ਪੱਤਰਕਾਰਿਤਾ ਕਰਦੇ ਬਹੁਤ ਚਿਰ ਹੋ ਗਿਆ। ਜਿਹੜੇ ਮੈਂ ਇੰਸਟੈਂਸ ਦੱਸੇ ਕਿ DCP ਨੂੰ ਕੀ ਅੱਧੇ ਘੰਟੇ ਲਈ ਜਿੱਥੇ ਉਹ ਡਰੱਗਸ ਦੇ ਉੱਤੇ ਰੇਡ ਕਰਨ ਜਾਵੇ MLA ਦਾ ਰੋਕਣਾ ਜਾਇਜ਼? ਕਿਆ ਜਲੰਧਰ ਦੇ DCP ਜਿਹੜਾ ACP ਜਦੋਂ ਲਗਾਇਆ ਗਿਆ ਉੱਥੇ ਦੇ MLAs ਨੇ ਉਹਨੂੰ ਬਦਲਾਉਣ ਵਾਸਤੇ ਮੁੱਖ ਮੰਤਰੀ ਨੂੰ ਅਪੀਲ ਨਹੀਂ ਕੀਤੀ ਔਰ ਮੁੱਖ ਮੰਤਰੀ ਨੇ ਉਹਨੂੰ ਬਦਲਿਆ ਨਹੀਂਗਾ, ਕਿਉਂਕਿ ਉਹਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਉਸ ਤੋਂ ਪਹਿਲਾਂ। ਔਰ ਅੱਜ ਇਹ ਕਹਿੰਦੇ ਨੇ ਨਹੀਂ ਲਗਾ। ਆ ਜਾਓ, ਆਪਾਂ ਦੋਨੋਂ ਚੱਲਦੇ ਆ, ਬਿਨਾਂ ਦੱਸੇ ਕਿਸੇ MLA ਨੇ ਚੱਲ ਜਾਓ। ਜੇ ਸਵੇਰੇ ਨਾਮ ਤੇ ACP ਆਰਜੀ ਭਰਦੇ ਹੋ ਤਾਂ ਕਹਿ ਦਿਓ ਚਲੋ ਆ ਜਾਓ, ਚਲੋ ਚੱਲਦੇ ਆਪਾਂ। ਦਖਲ ਅੰਦਾਜ਼ੀ ਤੋਂ ਕਦੇ ਹਮੇਸ਼ਾ ਲਈ ਮੁਕਤ ਤੇ ਕੀਤਾ ਨਹੀਂ ਜਾ ਸਕਦਾ। ਜੇ ਕੋਈ ਦਾਅਵੇ ਕਰੇ ਵੀ ਤਾਂ ਉਹ ਝੂਠ ਹੈ। ਜਿਹੜੀ ਮਰਜ਼ੀ ਪਾਰਟੀ, ਦਖਲ ਅੰਦਾਜ਼ੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਪਰ ਇੱਕ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦੇਣੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਲੜ ਸਕਣ। ਸਵਾਲ ਤੇ ਇਹ ਹੈ ਨਾ ਕਿ ਉਹ ਜੇ ਜੀ ਇਹਦਾ ਇੱਕ ਦੇਖੋ, ਪੁਲਿਸ ਦਾ ਮਾਡਲ, ਸਾਡੀ ਪੰਜਾਬ ਪੁਲਿਸ ਬਹਾਦਰ ਪੁਲਿਸ ਜਿਹੜੇ ਅੱਤਵਾਦ ਨਾਲ ਲੜਾਈ ਲੜੀ ਔਰ ਅੱਤਵਾਦ ਨੂੰ ਖਤਮ ਕੀਤਾ। ਅੱਜ ਉਹਦਾ ਮਾਡਲ ਇੰਨਾ ਥੱਲੇ ਕਿਉਂ ਚਲੇ ਗਿਆ ਕਿ ਪੁਲਿਸ ਦੀ ਹਾਜ਼ਰੀ ਚ ਆ ਲੋਕ ਗੋਲੀ ਮਾਰ ਕੇ ਚਲੇ ਜਾਣ ਔਰ ਪੁਲਿਸ ਐਕਟ ਪਾਉਣ ਨਾ ਕਰ ਪਾਵੇ? ਕਿਆ ਇਹ ਵੱਡਾ ਪ੍ਰਸ਼ਨ ਨਹੀਂ ਹੈ ਅੱਜ ਦੀ ਸਰਕਾਰ ਦੇ ਉੱਤੇ? ਤੁਸੀਂ ਇੱਕ ਅੰਦਾਜ਼ਾ ਲਾਓ ਨਾ, ਉਹਦਾ ਕਾਰਨ ਕੀ ਹੈ?
ਤੁਸੀਂ ਬਾਕੀ ਛੱਡੋ ਯਾਰ, ਥੱਲੇ ਤੇ ਰੋਜ਼ ਬਦਲੀਆਂ ਕਰਦੇ ਨੇ। ਤੁਸੀਂ ਇਹਨਾਂ ਦੇ ਹੈੱਡਕੁਆਟਰ ਦੀ ਡੀਜੀਪੀ ਏਡੀਜੀਪੀਸ ਦੀ ਠੀਕ ਹੈ ਆਈਜੀਸ ਦੀ ਸੁਖਦੇਵ ਜੀ